ਧੰਨ ਵਾਹਿਗੁਰੂ ਜੀਓ। ਗੌੜੀ ਕਬੀਰ ਜੀ ਆਪੇ ਪਾਵਕ ਆਪੇ ਪਵਨਾ, ਜਾਰੈ ਖਸਮ ਤਾਂ ਰਾਖੈ ਕਵਨਾ। ਰਾਮ ਜਪਤ ਤਨ ਜਰ ਕੀ ਨਾ ਜਾਇ, ਰਾਮ ਨਾਮ ਚਿਤ ਰਹਿਆ ਸਮਾਇ ਰਹਾ। ਕਾਕੂ ਜਰੈ ਕਾਹੇ ਹੋਏ ਹਾਨ, ਨਟ ਵਟ ਖੇਲੈ ਸਾਰੰਗ ਪਾਨ। ਕਹੋ ਕਬੀਰ ਅੱਖਰ ਦੋਏ ਭਾਖ, ਹੋਏਗਾ ਖਸਮ ਤਾਂ ਲੇਗਾ ਰਾਖ। ਕਹੋ ਕਬੀਰ ਅੱਖਰ ਦੋਏ ਭਾਖ, ਹੋਏਗਾ ਖਸਮ ਤਾਂ ਲੇਗਾ ਰਾਖ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਦੀਨ ਦੁਨੀ ਦੇ ਮਾਲਕ ਸ਼ਬਦ ਸਰੂਪ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਜੇ ਹੋਏ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਸਵਾਰੀ ਸਾਧ ਸੰਗਤ ਜੀਓ, ਅਕਾਲ ਪੁਰਖ ਵਾਹਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ। ਸਤਿਗੁਰੂ ਮਹਾਰਾਜ ਦੀ ਪਾਵਨ ਸੰਗਤ ਵਿੱਚ ਜੁੜ ਬੈਠਣ ਦਾ ਆਪਾਂ ਸਭਨਾਂ ਨੂੰ ਇਹ ਸੁਭਾਗ ਸਮਾਂ ਅਕਾਲ ਪੁਰਖ ਵਾਹਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ। ਬੜੇ ਪ੍ਰੇਮ ਸਤਿਕਾਰ ਨਾਲ ਆਪ ਜੀ ਨੇ ਗੁਰੂ ਮਹਾਰਾਜ ਦੀ ਪਾਵਨ ਬਾਣੀ ਦੇ ਪਾਠ ਅਤੇ ਗੁਰਬਾਣੀ ਦੇ ਕੀਰਤਨ ਗੁਰੂ ਸਵਾਰਿਆਂ ਪਾਸੋਂ ਸਰਵਣ ਕੀਤੇ ਹਨ। ਗੁਰੂ ਮਹਾਰਾਜ ਦੀ ਬਖਸ਼ਿਸ਼ ਦੇ ਪਾਤਰ ਬਣ ਕੇ ਆਪਾਂ ਯਤਨ ਕਰਦੇ ਹਾਂ ਕਿ ਜਿੱਥੇ ਆਪਾਂ ਗੁਰੂ ਪਾਤਸ਼ਾਹ ਦੀ ਪਾਵਨ ਬਾਣੀ ਨੂੰ ਨਮਸਕਾਰ ਕਰਦੇ ਹਾਂ, ਸਤਿਗੁਰੂ ਦੀ ਬਾਣੀ ਦਾ ਪਾਠ ਕਰਦੇ ਹਾਂ ਅਤੇ ਸਮਾਂ ਮਿਲਣ ਉੱਤੇ ਮਹਾਰਾਜ ਦੀ ਬਾਣੀ ਦਾ ਪਾਠ ਸੁਣਦੇ ਅਤੇ ਕੀਰਤਨ ਨਾਲ ਸਾਂਝ ਵੀ ਬਣਾਉਂਦੇ ਹਾਂ, ਉੱਥੇ ਸਤਿਗੁਰੂ ਜੀ ਦੀ ਪਾਵਨ ਬਾਣੀ ਦੀ ਵਿਚਾਰ ਨੂੰ ਸਮਝਣ ਵਾਸਤੇ ਵੀ ਆਪਾਂ ਸਮਾਂ ਕੱਢਣ ਦਾ ਯਤਨ ਕਰਦੇ ਹਾਂ। ਸੋ ਲੜੀਵਾਰ ਭਗਤ ਕਬੀਰ ਜੀ ਦੇ ਉਚਾਰਨ ਕੀਤੇ ਹੋਏ ਪਾਵਨ ਸ਼ਬਦਾਂ ਦੀ ਆਪਾਂ ਵਿਚਾਰ ਕਰ ਰਹੇ ਹਾਂ। ਇਸੇ ਲੜੀ ਤਹਿਤ ਆਪ ਜੀ ਨੇ ਗੌੜੀ ਰਾਗ ਵਿੱਚ ਉਚਾਰਨ ਕੀਤਾ ਹੋਇਆ ਭਗਤ ਕਬੀਰ ਜੀ ਮਹਾਰਾਜ ਦਾ ਪਾਵਨ ਸ਼ਬਦ ਸਰਵਣ ਕੀਤਾ ਹੈ, ਜੋ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ ਨੰਬਰ 329 ਉੱਤੇ ਸੁਭਾਇਮਾਨ ਹੈ। ਭਗਤ ਕਬੀਰ ਜੀ ਇਸ ਪਾਵਨ ਸ਼ਬਦ ਦੇ ਰਹਾਉ ਵਾਲੇ ਬੰਦ ਵਿੱਚ ਮਿਹਰ ਕਰਦੇ ਹਨ। ਜਿਸ ਦਾ ਚਿੱਤ ਸਰਵ ਵਿਆਪਕ ਪਰਮੇਸ਼ਰ ਵਾਹਿਗੁਰੂ ਦੀ ਯਾਦ ਵਿੱਚ, ਉਸ ਦੀ ਹੋਂਦ ਦੇ ਵਿਸ਼ਵਾਸ ਵਿੱਚ ਇੱਕ ਸੁਰ ਹੋ ਜਾਂਦਾ ਹੈ, ਉਸ ਨੂੰ ਸੰਸਾਰ ਦੀ ਕਿਸੇ ਵੀ ਵਿਪਦਾ ਦਾ ਭੈ ਉਸ ਦੇ ਮਨ ਅੰਦਰ ਨਹੀਂ ਰਹਿੰਦਾ। ਉਹ ਇਸ ਦੀ ਕੋਈ ਵੀ ਕੀਮਤ ਅਦਾ ਕਰਨ ਵਾਸਤੇ ਹਰ ਵੇਲੇ ਤਿਆਰ ਰਹਿੰਦਾ ਹੈ। ਇਸ ਨੁਕਤੇ ਨੂੰ ਆਪਾਂ ਸਮਝਣ ਦਾ ਯਤਨ ਕਰਨਾ ਹੈ। ਰਾਮ ਤੋਂ ਭਾਵ ਹੈ ਸਰਵ ਵਿਆਪਕ ਰਮਿਆ ਹੋਇਆ, ਨਾਮ ਤੋਂ ਭਾਵ ਹੈ ਹੋਂਦ ਵਾਲਾ।
ਉਹ ਪਰਮੇਸ਼ਰ ਜੋ ਸਰਵਵਿਆਪੀ ਹੈ, ਉਸ ਦੀ ਹੋਂਦ ਦਾ ਅਹਿਸਾਸ ਜਦੋਂ ਚਿੱਤ ਵਿੱਚ ਵਸ ਜਾਏ, ਰਾਮ ਨਾਮ ਚਿਤ ਰਹਾ ਸਮਾਏ। ਜਦੋਂ ਉਸ ਦੀ ਹੋਂਦ ਦਾ ਅਹਿਸਾਸ ਸਾਡੇ ਹਿਰਦੇ ਵਿੱਚ ਵਸ ਜਾਂਦਾ ਹੈ ਕਿ ਉਹ ਆਪ ਹੀ ਆਪ ਹਰ ਜਗ੍ਹਾ ਦੇ ਉੱਤੇ ਵਰਤ ਰਿਹਾ ਹੈ, ਅਸੀਂ ਰੂਪ ਰੰਗ ਆਕਾਰ ਵੇਖਦੇ ਹਾਂ, ਜਗਤ ਦੀਆਂ ਘਟਨਾਵਾਂ ਵੇਖਦੇ ਹਾਂ, ਹਰ ਚੀਜ਼ ਸਾਡੇ ਸਾਹਮਣੇ ਜੋ ਵਾਪਰ ਰਹੀ ਹੈ, ਜਿੰਨੀ ਕੁ ਸਾਨੂੰ ਉਹਨਾਂ ਚੀਜ਼ਾਂ ਦੀ ਜਾਣਕਾਰੀ ਹੁੰਦੀ ਹੈ। ਪਰ ਭਗਤ ਜੀ ਆਪਣੀ ਦ੍ਰਿਸ਼ਟੀ ਤੋਂ ਕਹਿੰਦੇ ਨੇ, ਜਿੰਨੇ ਵੀ ਰੂਪ ਨੇ, ਜਿੰਨੇ ਵੀ ਰੰਗ ਨੇ, ਜਿੰਨੇ ਵੀ ਆਕਾਰ ਨੇ, ਇਹ ਕਿਹੜੀ ਚੇਤਨ ਸੱਤਾ ਵਿੱਚੋਂ ਪੈਦਾ ਹੁੰਦੇ? ਇਹ ਪੈਦਾ ਹੋ ਕੇ ਫਿਰ ਕਾਹਦੇ ਵਿੱਚ ਵਿਲੀਨ ਹੋ ਜਾਂਦੇ? ਸੰਸਾਰ ਵਿੱਚ ਜੋ ਕੁਝ ਵੀ ਵਾਪਰ ਰਿਹਾ ਹੈ, ਇਸ ਦੇ ਪਿੱਛੇ ਕਿਹੜੀ ਸੱਤਾ ਖੜੀ ਹੈ? ਅਸੀਂ ਤੇ ਕੇਵਲ ਪਾਣੀ ਤੋਂ ਉੱਠਦੀਆਂ ਹੋਈਆਂ ਛੋਟੀਆਂ ਛੋਟੀਆਂ ਲਹਿਰਾਂ ਨੂੰ ਤੱਕਦੇ ਹਾਂ। ਕੀ ਉਹ ਪਾਣੀ ਤੋਂ ਉੱਠਦੀਆਂ ਹੋਈਆਂ ਛੱਲਾਂ ਜਾਂ ਲਹਿਰਾਂ ਜਿਹੜੀਆਂ ਨੇ, ਉਹ ਏਡੇ ਵੱਡੇ ਸਮੁੰਦਰ ਤੋਂ ਕਿਤੇ ਵੱਖਰੀਆਂ ਨੇ? ਬਿਲਕੁਲ ਨਹੀਂ। ਉਸੇ ਦਾ ਹੀ ਰੂਪ ਨੇ, ਉਸੇ ਵਿੱਚੋਂ ਹੀ ਪੈਦਾ ਹੋਈਆਂ ਨੇ, ਉਹਨਾਂ ਵਿੱਚ ਹੀ ਬਾਅਦ ਵਿੱਚ ਫਿਰ ਸਮਾ ਜਾਂਦੀਆਂ ਨੇ। ਜਾਨੀ ਕਿ ਕੁਝ ਵੀ ਵੱਖਰਾ ਇਸ ਸੰਸਾਰ ਦੇ ਵਿੱਚ ਉਸ ਵਾਹਿਗੁਰੂ ਅਕਾਲ ਪੁਰਖ ਦੀ ਹਸਤੀ ਤੋਂ ਹੈ ਹੀ ਨਹੀਂ। ਉਹ ਆਪ ਹੀ ਆਪ ਵਰਤ ਰਿਹਾ ਹੈ। ਏਕ ਹੀ ਏਕ ਅਨੇਕ ਹੋਏ ਬਿਸਤਰਿਓ, ਆਨ ਰਿਆਨ ਭਰਪੂਰ ਸੋ। ਸਤਿਗੁਰੂ ਸੱਚੇ ਪਾਤਸ਼ਾਹ ਇਸ ਨੂੰ ਬੜੀ ਨੀਝ ਨਾਲ ਜਦੋਂ ਇਹਦਾ ਅਹਿਸਾਸ ਕਰਦੇ ਨੇ, ਤੇ ਫਿਰ ਉਹ ਅਗਲੀ ਗੱਲ ਕਹਿੰਦੇ ਨੇ, ਜਦੋਂ ਇਹ ਅਹਿਸਾਸ, ਜਦੋਂ ਇਹ ਸੋਝੀ ਸਾਡੇ ਅੰਦਰ ਪੈਦਾ ਹੋ ਜਾਂਦੀ ਹੈ, ਤਾਂ ਫਿਰ ਅਸੀਂ ਆਪਣੇ ਆਪ ਨੂੰ ਉਸ ਕਰਤਾ ਪੁਰਖ ਵਾਹਿਗੁਰੂ ਦਾ ਹਿੱਸਾ ਸਮਝਦੇ ਹਾਂ। ਸਾਰੇ ਜਗਤ ਨੂੰ ਉਸ ਦਾ ਰੂਪ ਜਾਣਦੇ ਹਾਂ। ਇਹ ਵੇਸ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀਆ ਹੈ। ਫਿਰ ਸਾਡੇ ਮਨ ਅੰਦਰ ਕੋਈ ਦੂਈ ਦਵੈਤ ਨਹੀਂ ਰਹਿ ਜਾਂਦੀ ਕਿ ਪਰਮੇਸ਼ਰ ਤੇ ਉਹਦੀ ਰਚਨਾ ਦੋ ਅਲੱਗ ਚੀਜ਼ਾਂ ਨਹੀਂ, ਉਹ ਆਪਸ ਵਿੱਚ ਓਤ-ਪੋਤ ਸਾਨੂੰ ਉਹਦਾ ਅਹਿਸਾਸ ਹੁੰਦਾ। ਫਿਰ ਸਾਡੇ ਅੰਦਰ ਕਿਸੇ ਪ੍ਰਤੀ ਭੇਦ ਭਾਵ ਜਾਂ ਨਫ਼ਰਤ ਨਹੀਂ ਰਹਿੰਦੀ, ਕਿਸੇ ਦਾ ਬੁਰਾ ਲੋਚਣ ਵਾਲਾ ਸੁਭਾਅ ਨਹੀਂ ਰਹਿੰਦਾ, ਕਿਉਂਕਿ ਇਹ ਦੂਈ ਦਵੈਤ ਦੀ ਭਾਵਨਾ ਵਿੱਚੋਂ ਹੀ ਇਹ ਬਿਮਾਰੀਆਂ ਜਨਮ ਲੈਂਦੀਆਂ ਨੇ। ਨਫ਼ਰਤ ਹੋਵੇ, ਦਵੈਸ਼ ਹੋਵੇ, ਭੇਦ ਭਾਵ ਹੋਵੇ, ਬੁਰਾ ਲੋਚਣ ਵਾਲਾ ਸੁਭਾਅ ਹੋਵੇ। ਇਹ ਕਦੋਂ ਪੈਦਾ ਹੁੰਦਾ ਹੈ? ਜਦੋਂ ਅਸੀਂ ਸਮਝਦੇ ਹਾਂ ਵੀ ਇਹ ਮਨੁੱਖ ਕੁਝ ਹੋਰ ਹੈ, ਇਹਦੀ ਘਾੜਤ ਕੁਝ ਹੋਰ ਹੈ। ਅਸੀਂ ਕੇਵਲ ਉਹਦਾ ਰੂਪ ਵੇਖਦੇ ਹਾਂ, ਰੰਗ ਵੇਖਦੇ ਹਾਂ, ਆਕਾਰ ਵੇਖਦੇ ਹਾਂ, ਨਸਲ ਵੇਖਦੇ ਹਾਂ, ਬਿਰਾਦਰੀ ਵੇਖਦੇ ਹਾਂ, ਪਹਿਰਾਵਾ ਵੇਖਦੇ ਹਾਂ, ਬੋਲੀ ਵੇਖਦੇ ਹਾਂ, ਜਾਂ ਕੁਝ ਵੀ ਹੋਰ ਚੀਜ਼। ਅਸੀਂ ਉਸ ਵੇਲੇ ਮੂਲ ਨੂੰ ਭੁੱਲ ਜਾਂਦੇ ਹਾਂ ਕਿ ਇਹ ਵੀ ਮੇਰੇ ਵਾਂਗ ਇਸ ਸੰਸਾਰ ਦੇ ਵੱਡੇ ਵਿਆਪਕ ਪਸਾਰੇ ਦੇ ਵਿੱਚ ਇੱਕ ਛੋਟਾ ਜਿਹਾ ਜੀਵ ਹੈ। ਜਿਵੇਂ ਇਹ ਉਪਜਿਆ ਹੈ, ਮੈਂ ਵੀ ਉਪਜਿਆ। ਇਸ ਨੇ ਵੀ ਓੜਕ ਨੂੰ ਬਿਨਸਣਾ ਹੈ, ਮੈਂ ਵੀ ਬਿਨਸਣਾ ਹੈ। ਸਾਡੇ ਦੋਨਾਂ ਕੋਲ ਬੜਾ ਲਿਮਟਡ ਟਾਈਮ ਹੈ, ਬੜਾ ਥੋੜਾ ਸਮਾਂ। ਨਾ ਮੇਰੇ ਕੋਲ ਇੰਨਾ ਵਕਤ ਹੈ, ਨਾ ਇਹਦੇ ਕੋਲ ਇੰਨਾ ਵਕਤ। ਇੱਕ ਅਵਸਰ, ਇੱਕ ਸਮਾਂ, ਇੱਕ ਚਾਂਸ ਸਾਨੂੰ ਜ਼ਿੰਦਗੀ ਦਾ ਮਿਲਿਆ ਹੋਇਆ, ਤੇ ਫਿਰ ਅਸੀਂ ਆਪਸੀ ਟਕਰਾਅ ਨਾਲ ਇਹਨੂੰ ਤਬਾਹ ਕਿਉਂ ਕਰੀਏ, ਬਰਬਾਦ ਕਿਉਂ ਕਰੀਏ, ਇਹਨੂੰ ਕੁੜੱਤਣ ਭਰਿਆ ਕਿਉਂ ਬਣਾਈਏ? ਅਸੀਂ ਨਫ਼ਰਤਾਂ ਦੇ, ਦਵੈਸ਼ ਦੇ, ਭੇਦ ਭਾਵ ਦੇ, ਮਨ ਵਿੱਚ ਬੁਰਾਈ ਰੱਖਣ ਦੇ ਇਹ ਭਾਰ ਕਿਉਂ ਚੁੱਕਦੇ ਫਿਰੀਏ? ਤੁਸੀਂ ਵੇਖੋ, ਲੋਕ ਸੈਰ ਉੱਤੇ ਜਾਂਦੇ ਹਨ, ਜਿਹੜੇ ਸਿਆਣੇ ਲੋਕ ਨੇ, ਜਿਹੜੇ ਰੋਜ਼ ਜਾਂ ਜਿਨ੍ਹਾਂ ਦਾ ਅਕਸਰ ਜ਼ਿੰਦਗੀ ਦੇ ਵਿੱਚ ਵਾਹ ਪੈਂਦਾ ਹੈ ਵੀ ਉਹ ਪਹਾੜੀ ਰਸਤਿਆਂ ਦੇ ਉੱਤੇ ਸਫ਼ਰ ਕਰਨ ਵਾਸਤੇ ਜਾਂਦੇ ਨੇ, ਜਿਨ੍ਹਾਂ ਨੂੰ ਟਰੈਵਲ ਕਰਨ ਦਾ ਸ਼ੌਂਕ ਹੁੰਦਾ, ਉਹ ਬੜਾ ਲਿਮਟਡ ਜਿਹਾ ਸਮਾਨ ਆਪਣੇ ਨਾਲ ਲੈ ਕੇ ਜਾਂਦੇ। ਬੜਾ ਲਿਮਟਡ ਜਿਹਾ, ਘੱਟ ਤੋਂ ਘੱਟ ਭਾਰ ਉਹ ਆਪਣੇ ਮੋਢਿਆਂ ਤੇ ਲੱਦਦੇ ਨੇ। ਥੋੜਾ ਜਿਹਾ ਲਿਮਟਡ ਜਿਹਾ ਸਮਾਨ ਲੈ ਕੇ ਜਾਂਦੇ ਨੇ, ਜਿਹਦਾ ਵੇਟ ਬਹੁਤ ਥੋੜਾ ਹੋਵੇ, ਤਾਂ ਕਿ ਉੱਚੀਆਂ ਚੜ੍ਹਾਈਆਂ ਚੜ੍ਹਨੀਆਂ ਸੌਖੀਆਂ ਹੋਣ। ਤੇ ਸਫ਼ਰ ਜਿਹੜਾ ਸੋ, ਜੇ ਆਪਣੇ ਭਾਰ ਨਾਲੋਂ ਬੰਦਾ ਵਾਧੂ ਭਾਰ ਨਾਲ ਚੁੱਕ ਲਵੇ, ਜ਼ਰਾ ਸੋਚ ਕੇ ਵੇਖੋ, ਤੇ ਫਿਰ ਉਹ ਟਰੈਵਲ ਤੇ ਨਿਕਲੇ, ਉਹਦਾ ਸਭ ਤੋਂ ਵੱਧ ਉਹਨੂੰ ਤਕਲੀਫ ਕਿਹੜੀ ਚੀਜ਼ ਦੇਵੇਗੀ? ਸਫ਼ਰ ਉਨੀ ਤਕਲੀਫ ਨਹੀਂ ਦੇਵੇਗਾ। ਉੱਚੀਆਂ ਪਹਾੜੀਆਂ ਤੇ ਚੜ੍ਹਨਾ ਉਹਨੂੰ ਉਨੀ ਤਕਲੀਫ ਨਹੀਂ ਦੇਵੇਗਾ, ਜਿੰਨੀ ਤਕਲੀਫ ਉਹਨੂੰ ਉਹਦੇ ਆਪਣੀ ਪਿੱਠ ਉੱਤੇ ਲੱਦਿਆ ਹੋਇਆ ਸਮਾਨ ਦੇਵੇਗਾ।
ਉਹਦੀ ਗਤੀ ਵੀ ਧੀਮੀ ਹੋ ਜਾਣੀ, ਸਪੀਡ ਵੀ ਘਟ ਜਾਣੀ ਹੈ, ਸਰੀਰ ਵੀ ਥੱਕ ਜਾਣਾ ਹੈ, ਹੋਰ ਵੀ ਨੁਕਸਾਨ ਉਹਨੂੰ ਉਠਾਉਣੇ ਪੈ ਸਕਦੇ। ਕਾਹਦੇ ਲਈ? ਵਾਧੂ ਭਾਰ ਉਹਨੇ ਚੁੱਕ ਲਿਆ। ਇੱਕ ਤਾਂ ਸਫ਼ਰ ਲੰਮੇਰਾ ਹੈ, ਇਹ ਔਖੀਆਂ ਘਾਟੀਆਂ ਹਨ, ਉੱਚੀਆਂ ਪਹਾੜੀਆਂ ਚੜ੍ਹਨੀਆਂ ਹਨ। ਆਪਣੇ ਵੇਟ ਤੋਂ ਵੱਧ ਬੰਦਾ ਵਾਧੂ ਵੇਟ ਹੋਰ ਐਕਸਟਰਾ ਜਿਹੜਾ ਉਹ ਆਪਣੀ ਪਿੱਠ ਉੱਤੇ ਲੱਦ ਕੇ ਤੁਰ ਪਏ। ਯਾਨੀ ਕਿ ਸਾਡੀ ਆਪਣੀ ਪਾਇਆਂ ਤੋਂ ਵਧੇਕ ਅਸੀਂ ਜਦੋਂ ਭਾਰ ਚੁੱਕਦੇ ਹਾਂ, ਉਹ ਕੀ ਹੈ ਭਾਰ? ਉਹ ਵਾਧੂ ਚੀਜ਼ ਕੀ ਹੈ ਕਿ ਨਫ਼ਰਤ ਤੋਂ ਬਿਨਾਂ ਸਾਡੀ ਜ਼ਿੰਦਗੀ ਨਹੀਂ ਚੱਲ ਸਕਦੀ? ਚੱਲਦੀ ਹੈ, ਪਰ ਅਸੀਂ ਉਸ ਭਾਰ ਦੇ ਆਦੀ ਹੋ ਗਏ ਹਾਂ। ਉਹ ਚੁੱਕਦੇ ਹਾਂ, ਵਾਧੂ ਚੁੱਕਦੇ ਹਾਂ, ਤੇ ਫਿਰ ਉਸ ਭਾਰ ਦੇ ਥੱਲੇ ਹੀ ਦੱਬਦੇ ਰਹਿੰਦੇ ਹਾਂ, ਉਲਝਦੇ ਰਹਿੰਦੇ ਹਾਂ, ਖਪਦੇ ਰਹਿੰਦੇ ਹਾਂ। ਭਾਰ ਸਾਡੀ ਸਮਰੱਥਾ ਤੋਂ ਕਿਤੇ ਜ਼ਿਆਦਾ। ਸਫ਼ਰ ਤੇ ਸਾਡਾ ਅੱਗੇ ਬੜਾ ਡਿਫਿਕਲਟ ਹੈ। ਜ਼ਿੰਦਗੀ ਕੋਈ ਇੰਨੀ ਸਹਿਲੀ ਵੀ ਨਹੀਂ ਜੇ ਬੰਦਾ ਸੋਚੇ। ਇੱਕ ਤਾਂ ਸਾਡਾ ਬੜਾ ਜੋਖਮ ਭਰਿਆ ਸਫ਼ਰ ਹੈ, ਤਕਲੀਫ ਦੇ ਸਫ਼ਰ ਹੈ। ਕਿੱਥੇ ਕੀ ਕਦੋਂ ਕਿਸ ਤਰ੍ਹਾਂ ਦਾ ਕੁਝ ਵਾਪਰੇ ਅਸੀਂ ਕੋਈ ਨਹੀਂ ਜਾਣਦਾ। ਸਾਡੇ 'ਚ ਕੈਸੇ ਭਰਮ ਭੁਲੇਖੇ ਨੇ ਸੰਸਾਰ ਵਿੱਚ। ਫਿਰ ਉਤੋਂ ਮਨੁੱਖ ਅਜਿਹਾ ਬੋਝ ਆਪਣੇ ਉੱਤੇ ਲਾਦਾ ਰਹਿੰਦਾ, ਭੇਦ ਭਾਵ ਦਾ, ਦੂਈ ਦਵੈਤ ਦਾ, ਕਿੰਨੀਆਂ ਕਿਸਮ ਦੀਆਂ ਅਸੀਂ ਇਹ ਤਾਂ ਹੁਣ ਜਾਣਿਆ ਹੀ ਆ ਵੀ ਬੰਦਾ ਆਪਣੇ ਅੰਦਰ ਨੂੰ ਖੋਜੇ ਤਾਂ ਕੋਈ ਐਕਸਪਲੇਨ ਨਹੀਂ ਕਰ ਸਕਦਾ ਇਹਨਾਂ ਗੱਲਾਂ ਨੂੰ ਵੀ ਅਸੀਂ ਕਿੰਨਾ ਭਾਰ ਚੁੱਕਦੇ। ਇਹ ਤਾਂ ਇਸ਼ਾਰਾ ਹੀ ਹੁੰਦਾ, ਕੇਵਲ ਸਮਝਣ ਲਈ ਹੈ। ਫੋਰ ਐਗਜ਼ਾਮਪਲ, ਤੇ ਸਾਨੂੰ ਤਕਲੀਫ ਸਭ ਤੋਂ ਪਹਿਲਾਂ ਕਿਹੜੀ ਚੀਜ਼ ਦਿੰਦੀ ਹੈ? ਅਸੀਂ ਜੋ ਇਕੱਠਾ ਕੀਤਾ, ਜਿਹੜਾ ਭਾਰ ਅਸੀਂ ਚੁੱਕਿਆ। ਥੱਕਦੇ ਤਾਂ ਅਸੀਂ ਉਹਦਾ ਕਰਕੇ ਹਾਂ, ਦੋਸ਼ ਅਸੀਂ ਬਾਹਰ ਦੇ ਕਿਸੇ ਵਿਅਕਤੀ ਨੂੰ ਦਿੰਦੇ ਹਾਂ ਵੀ ਇਹ ਮੇਰੇ ਦੁੱਖਾਂ ਦਾ ਕਾਰਨ, ਇਹਦੀ ਵਜ੍ਹਾ ਕਰਕੇ ਮੈਂ ਪਰੇਸ਼ਾਨ। ਨਹੀਂ, ਪਰੇਸ਼ਾਨੀ ਦਾ ਸਮਾਨ ਸਾਡੇ ਆਪਣੇ ਕੋਲ ਹੈ, ਜਿਹੜਾ ਅਸੀਂ ਖੁਦ ਇਕੱਠਾ ਕੀਤਾ। ਜੇ ਉਹ ਨਾ ਵੀ ਹੁੰਦਾ ਨਾ ਬੰਦਾ ਜਿਹਨੂੰ ਅਸੀਂ ਦੋਸ਼ ਦਿੰਦੇ, ਅਸੀਂ ਤਾਂ ਵੀ ਦੁਖੀ ਹੋਣਾ ਸੀ। ਜੇ ਉਹ ਇਨਸਾਨ ਨਾ ਹੀ ਧਰਤੀ ਤੇ ਪੈਦਾ ਹੁੰਦਾ ਤਾਂ ਵੀ ਸਾਡਾ ਇਹੋ ਹੀ ਹਾਲ ਹੋਣਾ ਸੀ। ਅਸੀਂ ਉਹਦਾ ਕਰਕੇ ਬਿਲਕੁਲ ਦੁਖੀ ਨਹੀਂ। ਉਹ ਤਾਂ ਮਗਰੋਂ ਹੈ, ਪਹਿਲੋਂ ਤਾਂ ਅਸੀਂ ਖੁਦ ਆਪਣਾ ਕਾਰਨ। ਪਹਿਲਾਂ ਅਸੀਂ, ਕਿੰਨੀ ਹੈਰਾਨੀ ਦੀ ਗੱਲ ਹੈ, ਵੇਖੋ ਗੁਰੂ ਸਾਹਿਬ ਦੀ ਬਾਣੀ ਆਪਾਂ ਪੜ੍ਹਦੇ ਹਾਂ, ਗੁਰੂ ਅਰਜਨ ਸਾਹਿਬ ਮਹਾਰਾਜ ਦੇ ਸ਼ਬਦ ਪੜ੍ਹੀਏ, ਉਹਨਾਂ ਦੀ ਬਾਣੀ ਪੜ੍ਹੀਏ। ਤੁਸੀਂ ਆਮ ਜ਼ਿਆਦਾ ਰੂਟੀਨ ਵਿੱਚ ਸੰਗਤ ਸੁਖਮਨੀ ਸਾਹਿਬ ਦੀ ਬਾਣੀ ਦਾ ਪਾਠ ਕਰਦੀ, 24 ਅਸ਼ਟਪਦੀਆਂ, ਹਰ ਅਸ਼ਟਪਦੀ ਵਿੱਚ 8 ਪਦੇ ਹਨ, ਇੱਕ ਇੱਕ ਨਾਲ ਉਹਦੇ ਸ਼ਲੋਕ ਦਰਜ। ਕਿੰਨੀ ਲੰਮੇਰੀ ਬਾਣੀ ਹੈ। ਸਾਰੇ ਸੁਖਮਨੀ ਸਾਹਿਬ ਵਿੱਚ ਅਤੇ ਸਾਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਿੰਨੀ ਵੀ ਹੈ, ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਜਾਂ ਕਿਸੇ ਹੋਰ ਮਹਾਂਪੁਰਖ ਨੇ ਜਿਹਦੀ ਬਾਣੀ ਗੁਰੂ ਗ੍ਰੰਥ ਸਾਹਿਬ ਤੇ ਕਿਤੇ ਇੱਕ ਵੀ ਪੰਕਤੀ ਲਿਖੀ ਹੈ ਵੀ ਮੈਂ, ਹੇ ਅਕਾਲ ਪੁਰਖ ਵਾਹਿਗੁਰੂ, ਮੈਂ ਦੁਖੀ ਹਾਂ, ਦੂਜਿਆਂ ਕਰਕੇ ਮੈਂ ਦੁਖੀ ਹਾਂ, ਮੇਰੇ ਦੁੱਖਾਂ ਦਾ ਕਾਰਨ ਸੰਸਾਰ ਹੈ, ਮੇਰੀ ਪਰੇਸ਼ਾਨੀ ਦਾ ਕਾਰਨ ਜਗਤ ਹੈ, ਲੋਕ ਮੇਰੇ ਦੁੱਖਾਂ ਦਾ ਕਾਰਨ, ਮੈਂ ਉਹਨਾਂ ਨੂੰ ਬਲੇਮ ਕਰਦਾ, ਮੈਂ ਦੋਸ਼ ਨਹੀਂ। ਇਹ ਤਾਂ ਆਖਿਆ ਵਾਹਿਗੁਰੂ ਸੰਸਾਰ ਦੀਆਂ ਮੁਸੀਬਤਾਂ ਤੋਂ ਬਚਾਈ, ਪਰ ਉਹਨਾਂ ਮੁਸੀਬਤ ਦਾ ਸਿਹਰਾ ਕਿਸੇ ਬੰਦੇ ਸਿਰ ਨਹੀਂ ਜੇ ਬੰਨਿਆ। ਇਹ ਨਹੀਂ ਆਖਿਆ ਮੇਰਾ ਗੁਆਂਢੀ ਤੰਗ ਕਰਦਾ, ਫਲਾਨਾ ਤੰਗ ਤਾਂ ਲੋਕ ਕਰਦੇ ਨੇ। ਜਿੰਨਾ ਕਬੀਰ ਜੀ ਨੂੰ ਦੁਨੀਆ ਨੇ ਤੰਗ ਕੀਤਾ, ਮੈਨੂੰ ਲੱਗਦਾ ਹੈ ਵੀ ਆਪਾਂ ਨੂੰ ਕਿਤੇ 1000ਵਾਂ ਹਿੱਸਾ ਵੀ ਦੁਨੀਆ ਇੰਨਾ ਤੰਗ ਨਹੀਂ ਕਰਦੀ, ਕਿਉਂਕਿ ਆਪਾਂ ਤਾਂ ਦੁਨੀਆ ਦੇ ਨਾਲ ਚੱਲਦੇ ਹਾਂ। ਆਪਾਂ ਇਹ ਰਿਸਕ ਹੀ ਨਹੀਂ ਲੈਂਦੇ ਵੀ ਵੱਖਰੇ ਹੋ ਕੇ ਚੱਲੀਏ। ਸਾਨੂੰ ਪਤਾ ਹੈ ਲੋਕਾਂ ਦਾ ਸੁਭਾਅ ਕੀ ਹੈ, ਜੀਣ ਨਹੀਂ ਦੇਣਗੇ। ਇਸ ਕਰਕੇ ਅਸੀਂ ਜਿਹੋ ਜਿਹਾ ਬੰਦਾ ਹੋਵੇ ਉਹਦੀ ਹਾਂ ਚਾਹ ਮਿਲਾ ਦਿੰਦੇ। ਜਦੋਂ ਤੁਸੀਂ ਵੱਖਰੀ ਟਿਊਨ ਰੱਖੋਗੇ ਨਾ ਥੋੜੀ ਜਿਹੀ ਵੀ, ਤੁਹਾਨੂੰ ਬਹੁਤ ਵੱਡੀ ਪ੍ਰੋਬਲਮ ਦਾ ਸਾਹਮਣਾ ਕਰਨਾ ਪਏ। ਲੋਕ ਐਸੇ ਹੀ ਨੇ। ਇਸ ਕਰਕੇ ਕੋਈ ਵੀ ਰਿਸਕ ਆਪਾਂ ਸਾਰੇ ਹੀ ਨਹੀਂ ਲੈਂਦੇ, ਜਿੰਨੇ ਵੀ ਹਾਂ। ਅਸੀਂ ਖੁਦ ਵੀ ਬਾਣੀ ਪੜ੍ਹਨ ਵਾਲੇ, ਬਾਣੀ ਦੇ ਅਰਥ ਕਰਕੇ ਦੱਸਣ ਵਾਲੇ, ਅਸੀਂ ਵੀ ਨਹੀਂ ਲੈਂਦੇ। ਸਾਨੂੰ ਪਤਾ ਹੈ ਲੋਕਾਂ ਦੀ ਸੋਚ ਕੀ ਹੈ, ਟਿਊਨ ਕੀ ਹੈ, ਲੋਕ ਕਿਹੜੀ ਟਿਊਨ ਦੁਨੀਆ ਪਸੰਦ ਕਰਦੀ ਹੈ। ਸੋ ਜੇ ਹੋ ਜਾਈਦਾ। ਕੌਣ ਬਾਰ-ਬਾਰ ਗਾਲਾਂ ਖਾਂਦਾ ਰਹੇ, ਪੱਥਰ ਖਾਂਦਾ ਰਹੇ, ਕਿਉਂਕਿ ਅਸੀਂ ਵੀ ਸਵਾਰਥੀ ਹਾਂ। ਅਸੀਂ ਵੀ ਸਵਾਰਥੀ ਹਾਂ। ਪਰ ਕਬੀਰ ਜੀ ਮਹਾਰਾਜ ਤੇ ਬਹੁਤ ਉੱਚੇ ਨੇ, ਗੁਰੂ ਅਰਜਨ ਸਾਹਿਬ ਮਹਾਰਾਜ ਬਹੁਤ ਉੱਚੇ ਨੇ। ਉਹ ਤਾਂ ਸੱਚ ਉੱਤੇ ਖੜੇ ਨੇ। ਰਤੀ ਭਰ ਸਵਾਰਥ ਨਹੀਂ, ਰਤੀ ਭਰ ਹਉਮੈ ਦਾ ਪ੍ਰਭਾਵ ਨਹੀਂ, ਕੋਈ ਭੇਦਭਾਵ ਨਹੀਂ, ਕੋਈ ਨਫ਼ਰਤ ਨਹੀਂ। ਉਹ ਤਾਂ ਸੰਸਾਰ ਨੂੰ ਚਾਨਣ ਦੇਣ ਆਏ। ਅਸੀਂ ਤੇ ਸਾਰੇ ਹਨੇਰਿਆਂ 'ਚ ਭਟਕਣ ਵਾਲੇ ਲੋਕ।
ਸਾਨੂੰ ਘੱਟੋ ਘੱਟ ਬਾਰ-ਬਾਰ ਆ ਕੇ ਕੋਈ ਤੱਤੀ ਤਵੀ ਤੇ ਨਹੀਂ ਬਿਠਾਉਂਦਾ। ਇੰਨਾ ਕੀ ਹੈ ਨਾ, ਸਾਡਾ ਕੋਈ ਕੰਮ ਵਿਗਾੜ ਜਾਏ, ਕੋਈ ਗੱਲ ਕਹਿ ਜਾਏ, ਇੰਨਾ ਕੀ ਕਰਦਾ। ਅਜੇ ਤੱਕ ਇਹ ਨੌਬਤ ਤੇ ਨਹੀਂ ਆਈ ਆਪਣੀ ਜਿੰਨੇ ਆਪਾਂ ਬੈਠੇ ਇੱਥੇ ਗੁਰੂ ਸਾਹਿਬ ਜੀ ਕੋਈ ਨੌਬਤ ਆਈ ਹੈ ਵੀ ਕੋਈ ਤੱਤੀ ਤਵੀ ਤਪਾ ਰਿਹਾ ਹੋਵੇ ਤੇ ਸਾਨੂੰ ਆ ਕੇ ਬਹਿ ਇਹਦੇ ਤੇ। ਅਜੇ ਇੰਨੀ ਨੌਬਤ ਤੇ ਨਹੀਂ ਆਈ, ਕਿਉਂਕਿ ਅਸੀਂ ਅਜੇ ਤੱਕ ਇੰਨੇ ਵੱਡੇ ਵੀ ਨਹੀਂ ਹੋਏ ਵੀ ਸਾਡੀ ਕੋਈ ਸ਼ਹੀਦੀ ਮੰਗੇ। ਅਸੀਂ ਭੁਲੇਖੇ 'ਚ ਕਿਸੇ ਹੱਥੋਂ ਮਾਰੇ ਜਾਈਏ ਤੇ ਗੱਲ ਵੱਖਰੀ ਹੈ, ਪਰ ਸ਼ਹੀਦੀ ਵਾਲਾ ਰੁਤਬਾ ਅਜੇ ਸਾਡੇ ਕਰਮਾਂ 'ਚ ਹੈ ਵੀ ਨਹੀਂ, ਕਿਉਂਕਿ ਅਸੀਂ ਉਹਦੇ ਯੋਗ ਵੀ ਹੈ ਨਹੀਂ। ਹੁਣ ਜ਼ਰਾ ਸੋਚੋ, ਜਿਹੜਾ ਨੁਕਤਾ ਮੈਂ ਸਾਂਝਾ ਕਰ, ਗੁਰੂ ਸਾਹਿਬ ਨੇ ਸਮੁੱਚੇ ਜੀਵਨ ਵਿੱਚ ਬੜੀ ਮੁਸ਼ਕਲ ਚੱਲੀ ਹੈ, ਬਹੁਤ। ਤੁਸੀਂ ਕਿਸੇ ਨੂੰ ਚੰਗਿਆਈ ਵੀ ਦੇਣੀ ਚਾਹੋ ਨਾ ਤੇ ਅਗਲੇ ਦਾ ਭਾਂਡਾ ਛੋਟਾ ਨਹੀਂ ਲੈਂਦਾ, ਉਹ ਤੁਹਾਨੂੰ ਬਲੇਮ ਕਰਦਾ। ਮੈਂ ਇੱਕ ਵਾਰ ਇੱਕ ਛੋਟੇ ਬੱਚੇ ਨੂੰ ਵੇਖਿਆ, ਉਹਨੂੰ ਡਾਕਟਰ ਟੀਕਾ ਲਾ ਰਿਹਾ ਸੀ, ਉਹ ਡਾਕਟਰ ਦੇ ਗਲ ਪਿਆ, ਉਹਨੂੰ ਗਾਲਾਂ ਕੱਢਦਾ ਸੀ। ਹੁਣ ਉਹਨੂੰ ਤਾਂ ਇਹ ਹੈ ਕਿ ਇਹ ਡਾਕਟਰ ਜ਼ਾਲਮ ਹੈ ਜਿਹੜਾ ਮੈਨੂੰ ਇੰਜੈਕਸ਼ਨ ਲਾ ਰਿਹਾ, ਵੈਕਸੀਨ ਲਾ ਰਿਹਾ। ਉਹਨੂੰ ਇਹ ਨਹੀਂ ਸੀ ਪਤਾ ਵੀ ਮੈਂ ਬਿਮਾਰ ਹਾਂ, ਮੇਰੇ ਮਾਂ ਪਿਓ ਖੁਦ ਇਹਦੇ ਕੋਲ ਲੈ ਕੇ ਆਏ ਨੇ, ਇਹ ਤਾਂ ਮੇਰੀ ਬਿਮਾਰੀ ਦੂਰ ਕਰਨ, ਮੈਨੂੰ ਤੰਦਰੁਸਤ ਕਰਨ ਲਈ ਇੰਜੈਕਸ਼ਨ ਦੇ ਰਹੇ। ਉਹਦੇ ਭਾਣੇ ਇਹ ਵੀ ਇਹ ਕੌਣ ਹੁੰਦਾ ਮੈਨੂੰ ਇਸ ਤਰ੍ਹਾਂ ਸੂਈ ਚਬਾਉਣ ਵਾਲਾ। ਉਹਦੀ ਅਲਪ ਬੁੱਧ ਦੇ ਮੁਤਾਬਕ ਉਹ ਡਾਕਟਰ ਉਹਦੇ ਤੇ ਜ਼ਿਆਦਤੀ ਕਰ ਰਿਹਾ, ਪਰ ਸਹੀ ਮਾਇਨਿਆਂ ਦੇ ਮੁਤਾਬਕ ਉਹ ਡਾਕਟਰ ਉਹਦਾ ਟ੍ਰੀਟਮੈਂਟ ਕਰ ਰਿਹਾ। ਇੱਦਾਂ ਹੀ ਹੈ ਨਾ ਜੀ। ਅਲਪ ਬੁੱਧੀ ਵਾਲਿਆਂ ਨੂੰ ਲੱਗਿਆ ਵੀ ਕਬੀਰ ਜੀ, ਗੁਰੂ ਅਰਜਨ ਸਾਹਿਬ ਮਹਾਰਾਜ ਜ਼ਿਆਦਤੀ ਕਰ, ਅਸੀਂ ਨਹੀਂ ਇਹਨਾਂ ਦੇ ਗਿਆਨ ਨੂੰ। ਇਹ ਕੀ ਗੱਲ ਹੋਈ? ਉਹਦਾ ਟ੍ਰੀਟਮੈਂਟ ਕਰ ਰਹੇ ਸਨ। ਅਲਪ ਬੁੱਧੀ ਵਾਲਿਆਂ ਨੂੰ ਗੱਲ ਸਮਝ ਨਹੀਂ ਪਈ, ਉਹਨਾਂ ਤਵੀ ਤਪਾਈ ਤੇ ਉਹਦੇ ਤੇ ਬਿਠਾ ਲਿਆ। ਕਬੀਰ ਜੀ ਨੂੰ ਬੰਨਿਆ ਤੇ ਹਾਥੀ ਅੱਗੇ ਸੁੱਟ ਦਿੱਤਾ। ਮੰਦਾ ਚੰਗਾ ਵੀ ਬੋਲਿਆ, ਜਿਹੜੇ ਤਵੀ ਤਪਾ ਸਕਦੇ ਨੇ ਮੰਦਾ ਚੰਗਾ ਨੇ ਬੋਲਣਗੇ। ਬੰਦਾ ਬੋਲਦਾ ਪਹਿਲੋਂ, ਕਰਦਾ ਮਗਰ। ਪਰ ਮੈਂ ਜਿਹੜੀ ਉਦਾਹਰਣ ਦੇ ਰਿਹਾ, ਉਹਨਾਂ ਨੇ ਸਾਰੀ ਹਯਾਤੀ ਔਰ ਆਪਣੀ ਬਾਣੀ ਵਿੱਚ ਬਲੇਮ ਨਹੀਂ ਕੀਤਾ। ਉਹ ਇੰਨੇ ਕੁੱਚੇ ਸਨ, ਉਹਨਾਂ ਨੂੰ ਸਾਡੀ ਔਕਾਤ, ਸਮਰੱਥਾ ਤੇ ਸਾਡੀ ਮਾਨਸਿਕਤਾ ਦਾ ਬੜਾ ਗਹਿਰਾ ਪਤਾ ਸੀ। ਜਿਵੇਂ ਉਸ ਡਾਕਟਰ ਨੇ ਬੱਚੇ ਨੂੰ ਚਪੇੜ ਨਹੀਂ ਮਾਰੀ, ਉਹ ਜਾਣਦਾ ਸੀ, ਮੈਨੂੰ ਪਤਾ ਹੀ ਨਹੀਂ। ਵੱਡਾ ਹੋਏਗਾ ਨਾ, ਵਾਹਿਗੁਰੂ ਇਹਨੂੰ ਉਮਰ ਦਰਾਜ਼ ਕਰੇ, ਵੱਡਾ ਹੋਇਆ ਇਹਨੂੰ ਪਤਾ ਲੱਗੇਗਾ ਵੀ ਮੈਂ ਇੰਜੈਕਸ਼ਨ ਕਿਉਂ ਲਾਇਆ। ਇਹਨੂੰ ਉਦੋਂ ਸਮਝ ਪਏਗੀ। ਹੁਣ ਇਹ ਜਿਹੜੀ ਚੀਜ਼ ਹੈ, ਪਰ ਸਾਡੀ ਜਿਹੜੀ ਜ਼ਿੰਦਗੀ ਹੈ, ਅਸੀਂ ਜਿੱਥੇ ਖੜੇ ਹਾਂ, ਸਾਡਾ ਜਿਹੜਾ ਦਾਇਰਾ ਹੈ, ਉੱਥੇ ਅਸੀਂ ਆਪਣੇ ਆਪ ਨੂੰ ਜਿਹੜੇ ਭਾਰ ਚੁਕਾਏ ਨੇ, ਉਹਨਾਂ ਵੱਲ ਤਾਂ ਅਸੀਂ ਕਦੇ ਧਿਆਨ ਨਹੀਂ ਦਿੰਦੇ, ਪਰ ਸਾਡਾ ਸਾਰਾ ਬਲੇਮ ਦੂਜੇ ਨੂੰ ਕਿਉਂ ਹੁੰਦਾ ਹੈ? ਕਿਉਂਕਿ ਅਸੀਂ ਅਹੰਕਾਰੇ ਹਾਂ। ਹੰਕਾਰ ਵਿੱਚ ਤੇ ਆਪਣੇ ਆਪ ਨੂੰ ਚੰਗਾ ਮੰਨਣ ਦੇ ਸਵਾਰਥ ਵਿੱਚ ਅਸੀਂ ਕਦੇ ਆਪਣੇ ਮਨ ਦੀਆਂ ਤਹਿਆਂ ਨਹੀਂ ਫੋੜਦੇ ਵੀ ਗਲਤੀਆਂ ਸਾਡੀਆਂ ਵੀ, ਭੁੱਲਾਂ ਸਾਡੀਆਂ ਵੀ। ਇਸ ਕਰਕੇ ਬਲੇਮ ਕਰਨਾ ਸੁਖੱਲਾ ਹੈ। ਤੁਸੀਂ ਦੂਜੇ ਵੱਲ ਹੱਥ ਕਰਨਾ ਹੈ, ਆਪਣੇ ਵੱਲ ਤਾਂ ਕਰਨਾ ਨਹੀਂ। ਜਦੋਂ ਪ੍ਰਾਊਡ ਫੀਲ ਕਰਨਾ ਤਾਂ ਆਪਣੇ ਵੱਲ ਕਰ ਲਓ, ਜਦੋਂ ਬਲੇਮ ਕਰਨਾ ਦੂਜੇ ਵੱਲ ਕਰ ਲਓ। ਸੁਖੱਲਾ ਕੰਮ। ਔਰ ਕਲੇਸ਼ ਹੀ ਦੁਨੀਆ 'ਚ ਹੈ। ਦੁਨੀਆ ਅੰਦਰ ਨਫ਼ਰਤ, ਕਲੇਸ਼, ਲੜਾਈ, ਝਗੜਾ ਹੀ ਇਸ ਗੱਲ, ਹੋਰ ਕੋਈ ਹੈ ਹੀ ਨਹੀਂ। ਤਾਂ ਅਸੀਂ ਜੀਂਦੇ ਹਾਂ ਸਾਰੇ ਦੇ ਸਾਰੇ ਸਵਾਰਥ ਦੇ ਦਾਇਰੇ ਵਿੱਚ। ਅਸੀਂ ਜੀਂਦੇ ਹਾਂ ਈਗੋ ਦੇ ਦਾਇਰੇ ਵਿੱਚ। ਮੈਂ ਹੋਵਾਂ ਤੇ ਬਸ ਮੈਂ ਹਾਂ। ਪਰ ਇੱਥੇ ਭਗਤ ਕਬੀਰ ਜੀ ਨੇ ਜਿਹੜਾ ਖਿਆਲ ਦਿੱਤਾ ਹੈ, ਬਹੁਤ ਉੱਚੀ ਸੁਰਤ ਵਾਲਾ ਹੈ। ਇਹਨੂੰ ਕਿੰਨਾ ਡੂੰਘਾ ਹੰਢਾਇਆ ਹੋਏਗਾ ਉਹਨਾਂ ਨੇ, ਕਿੰਨਾ ਡੂੰਘਾ ਜੀਵਿਆ ਹੋਏਗਾ ਉਹਨਾਂ ਨੇ, ਫਿਰ ਉਹਨਾਂ ਨੇ ਸ਼ਬਦ ਦਾ ਰੂਪ ਦੇ ਕੇ ਸਾਡੇ ਸਾਹਮਣੇ ਰੱਖਿਆ। ਉਹ ਕਹਿੰਦੇ ਨੇ, ਰਾਮ ਜਪਤ ਤਨ ਜਰ ਕੀ ਨਾ ਜਾਏ, ਰਾਮ ਨਾਮ ਚਿਤ ਰਹਾ ਸਮਾਏ। ਕਹਿੰਦੇ ਮੇਰਾ ਮਨ ਸਰਵ ਵਿਆਪਕ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਬਿਲਕੁਲ ਇੱਕ ਸੁਰ ਹੈ। ਮੇਰਾ ਹੁਣ ਭਾਵੇਂ ਤਨ ਵੀ ਸੜ ਜਾਏ ਨਾ, ਰੱਬ ਦੀ ਯਾਦ ਵਿੱਚ ਮੇਰਾ ਤਨ ਵੀ ਸੜ ਜਾਏ, ਭਾਵ ਮੈਨੂੰ ਕੋਈ ਇੰਨੀ ਵੱਡੀ ਤਕਲੀਫ ਵੀ ਦੇ ਜਾਏ, ਤਾਂ ਮੇਰੇ ਲਈ ਅਹਿਮੀਅਤ ਕਿ ਮੈਂ ਉਸ ਤਕਲੀਫ ਤੋਂ ਡਰ ਕੇ ਉਹਦੀ ਯਾਦ ਤੋਂ ਵਾਂਝਾ ਹੋ ਜਾਵਾਂ, ਇਹ ਸਮਝੌਤਾ ਨਹੀਂ ਹੋਇਆ। ਮੈਂ ਪ੍ਰਾਇਓਰਟੀ ਦੁੱਖ ਤੋਂ ਬਚਣ ਨੂੰ ਨਹੀਂ ਦਿਆਂਗਾ। ਮੇਰੀ ਪਹਿਲ ਦੁੱਖ ਤੋਂ ਬਚਣਾ ਨਹੀਂ ਹੋਏਗੀ, ਮੇਰੀ ਪਹਿਲ ਉਹਦੇ ਨਾਲ ਸਾਂਝ ਜੋੜੀ ਰੱਖਣਾ ਹੋਏਗੀ। ਉਹਦੇ ਇਵਜ਼ ਵਿੱਚ ਮੈਨੂੰ ਦੁਖੀ ਹੋਣਾ ਪਵੇ, ਕੋਈ ਪਰਵਾਹ ਨਹੀਂ।
ਕੋਈ ਗੱਲ ਨਹੀਂ। ਇਸ ਵਾਸਤੇ ਉਹਨਾਂ ਨੇ ਇਹ ਖਿਆਲ ਬਖਸ਼ਿਸ਼ ਕੀਤਾ, ਕਹਿੰਦੇ ਆਪੇ ਪਾਵਕ ਆਪੇ ਪਵਨਾ। ਕਹਿੰਦੇ ਮੈਂ ਜਾਣਦਾ ਇਹ ਜਗਤ ਵਿੱਚ ਅੱਗ ਦਾ ਸੁਭਾਅ ਕੀ ਹੈ? ਸਾੜਨਾ। ਪਾਵਕ ਅੱਗ ਨੂੰ ਕਹਿੰਦੇ ਨੇ, ਪਵਨ ਪਾਣੀ ਨੂੰ ਕਹਿੰਦੇ ਨੇ। ਪਾਣੀ ਦਾ ਹੁਣ ਵੇਖੋ ਆਪਣਾ ਸੁਭਾਅ, ਅੱਗ ਸਾੜਦੀ ਹੈ ਤੇ ਬਲਦੀ ਹੋਈ ਅੱਗ ਤੇ ਤੁਸੀਂ ਪਾਣੀ ਪਾ ਦਿਓ ਤੇ ਅੱਗ ਬੁੱਝ ਜਾਂਦੀ, ਇੱਦਾਂ ਹੀ ਹੈ। ਤੇ ਉਸ ਅੱਗ ਦੇ ਉੱਤੇ ਪਾਣੀ ਨੂੰ ਰੱਖ ਦਿਓ ਤੇ ਪਾਣੀ ਵੀ ਤਪਣ ਲੱਗ ਜਾਂਦਾ। ਤੇ ਪਾਣੀ ਠੰਡਾ ਵੀ ਪਾਣੀ ਆਪਣਾ ਸੁਭਾਅ ਵੀ ਬਦਲ ਲੈਂਦਾ। ਤੇ ਪਾਣੀ ਭਾਵੇਂ ਤੱਤਾ ਹੋਵੇ ਤੇ ਭਾਵੇਂ ਠੰਡਾ ਹੋਵੇ, ਬਲਦੀ ਅੱਗ ਤੇ ਤੁਸੀਂ ਤੱਤਾ ਜਾਂ ਠੰਡਾ ਦੋਵੇਂ ਕਿਸਮ ਦਾ ਪਾਣੀ ਪਾ ਦਿਓ, ਅੱਗ ਤਾਂ ਵੀ ਬੁੱਝ ਜਾਂਦੀ ਹੈ। ਉਸੇ ਅੱਗ ਦੇ ਉੱਤੇ ਰੱਖਿਆ ਹੋਇਆ ਪਾਣੀ ਤਪ ਕੇ ਜਦੋਂ 100 ਡਿਗਰੀ ਦੇ ਉੱਤੇ ਉੱਬਲ ਜਾਂਦਾ ਹੈ, ਫਿਰ ਉਹਨੂੰ ਅੱਗ ਤੇ ਪਾ ਦਿਓ, ਉਹ ਅੱਗ ਦਾ ਲਿਹਾਜ਼ ਤਾਂ ਵੀ ਨਹੀਂ ਕਰਦਾ, ਤਾਂ ਵੀ ਉਹਨੂੰ ਉਸ ਨੂੰ ਬੁਝਾ ਦਿੰਦਾ ਬਲਦੀ ਹੋਈ। ਪਾਣੀ ਦਾ ਆਪਣਾ ਸੁਭਾਅ ਹੈ, ਅੱਗ ਦਾ ਆਪਣਾ ਸੁਭਾਅ ਹੈ। ਇਹ ਸੁਭਾਅ, ਇਹ ਕ੍ਰੀਏਸ਼ਨ ਕਿਹਦੀ ਹੈ? ਸਾਨੂੰ ਇਹ ਤਾਂ ਪਤਾ ਹੈ ਕਿ ਪਾਣੀ ਦਾ ਫਾਰਮੂਲਾ ਕੀ ਹੈ, ਸਾਨੂੰ ਅੱਗ ਦੇ ਸੁਭਾਅ ਦਾ ਵੀ ਪਤਾ ਹੈ। ਪਰ ਇਹਦੇ ਵਿੱਚ ਜਿਹੜੀ ਪਾਣੀ 'ਚ ਤਸੀਰ ਹੈ ਜਾਂ ਅੱਗ ਵਿੱਚ ਇਹ ਤਸੀਰ ਹੈ, ਇਹ ਸਾਡੀ ਜਾਂ ਤੁਹਾਡੀ ਪ੍ਰੋਡਕਸ਼ਨ ਤੇ ਨਹੀਂ ਕਿ ਪਾਣੀ ਨੂੰ ਤੁਸੀਂ ਬਣਾਇਆ ਜਾਂ ਪਾਣੀ ਦੇ ਵਿੱਚ ਆਹ ਤਸੀਰ ਤੁਸੀਂ ਸੁਭਾਅ ਤੁਸੀਂ ਪਾਇਆ, ਜਾਂ ਅੱਗ ਤੁਸੀਂ ਬਣਾਈ ਜਾਂ ਅੱਗ ਦੇ ਵਿੱਚ ਆਹ ਸੁਭਾਅ ਤੁਸੀਂ ਪਾਇਆ। ਇਹ ਸੁਭਾਅ ਅਸੀਂ ਜਾਂ ਤੁਸੀਂ ਤੇ ਨਹੀਂ ਘੜਿਆ ਰਲ ਕੇ। ਇਹ ਲਾਅ ਆਫ ਨੇਚਰ ਕੰਮ ਕਰਦਾ। ਏਡਾ ਵੱਡਾ ਪਸਾਰਾ ਤੇ ਉਹਨੇ ਕੇਵਲ ਹਵਾ, ਪਾਣੀ, ਅੱਗ, ਇਹਨਾਂ ਚੀਜ਼ਾਂ 'ਚ ਹੀ ਨਹੀਂ, ਆਪੇ ਪਾਵਕ ਆਪੇ ਪਵਨਾ। ਪਵਨ ਆਪਾਂ ਕਹਿੰਦੇ ਹਾਂ ਪਾਣੀ ਨੂੰ, ਹਵਾ ਨੂੰ। ਪਾਵਕ ਅੱਗ, ਪਵਨਾ ਹਵਾ। ਹੁਣ ਤੁਸੀਂ ਵੇਖੋ, ਅੱਗ ਬਲਦੀ ਹੋਵੇ, ਹਵਾ ਤੇਜ਼ ਚੱਲੇ ਤੇ ਕਈ ਵਾਰ ਅੱਗ ਬੁਝਾ ਜਾਂਦੀ ਹੈ, ਤੇ ਕਈ ਵਾਰ ਜੰਗਲ 'ਚ ਅੱਗ ਲੱਗੀ ਹੋਵੇ ਤੇ ਹਵਾ ਵਗ ਪਏ ਤੇ ਅੱਗ ਫੈਲ ਵੀ ਜਾਂਦੀ ਹੈ। ਅਜਬ ਗੱਲ ਹੈ। ਹਰ ਚੀਜ਼ ਦਾ ਆਪਣਾ ਫਾਰਮੂਲਾ, ਹਰ ਚੀਜ਼ ਦਾ ਆਪਣਾ ਸੁਭਾਅ ਹੈ। ਜਿਹੋ ਜਿਹੇ ਰੀਜ਼ਨ ਉੱਥੇ ਬਣ ਜਾਂਦੇ, ਕਾਰਨ ਬਣ ਜਾਂਦੇ ਨੇ, ਸਿਚੁਏਸ਼ਨਸ ਬਣ ਜਾਂਦੀਆਂ ਨੇ, ਉਹਦੇ ਮੁਤਾਬਕ ਹਰ ਚੀਜ਼ ਆਪਣਾ ਆਪਣਾ ਸੁਭਾਅ ਬਦਲ ਵੀ ਲੈਂਦੀ ਹੈ। ਜਿਵੇਂ ਪਾਣੀ ਦੀ ਮੈਂ ਉਦਾਹਰਨ ਦਿੱਤੀ, ਹਵਾ ਦੀ ਉਦਾਹਰਨ ਦਿੱਤੀ। ਭਗਤ ਕਬੀਰ ਜੀ ਕਹਿੰਦੇ ਨੇ, ਮੈਂ ਤਾਂ ਇਹ ਵੇਖਦਾ ਅੱਗ ਵਿੱਚ ਸੁਭਾਅ ਵੀ ਤੂੰ ਵਾਹਿਗੁਰੂ ਆਪ ਪਾਇਆ, ਹਵਾ 'ਚ ਸੁਭਾਅ ਵੀ ਤੂੰ ਆਪ ਪਾਇਆ, ਪਾਣੀ 'ਚ ਸੁਭਾਅ ਵੀ ਤੂੰ ਆਪ ਦਰਾਜ ਕੀਤਾ, ਟਿਕਾਇਆ। ਜਾਰੇ ਖਸਮ ਤਾਂ ਰੱਖੇ ਖਬਰ। ਜਾਰੇ ਦਾ ਮਤਲਬ ਹੈ ਸਾੜਨਾ, ਖਸਮ ਦਾ ਮਤਲਬ ਹੈ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ। ਕਹਿੰਦੇ ਨੇ ਭਲਾ ਕਈ ਵਾਰ ਐਸਾ ਕਾਰਨ ਬਣ ਜਾਂਦਾ ਹੈ ਕਿ ਬਲਦੀ ਹੋਈ ਅੱਗ ਬੁਝ ਜਾਂਦੀ। ਜੇ ਭਲਾ ਅੱਗ ਨੇ ਨਾ ਬੁਝਣਾ ਹੋਵੇ, ਐਸਾ ਰੀਜ਼ਨ, ਐਸੀ ਸਿਚੁਏਸ਼ਨਸ ਬਣ ਜਾਣ, ਕਹਿੰਦੇ ਫਿਰ ਤੁਹਾਨੂੰ ਕੌਣ ਬਚਾ ਸਕਦਾ? ਜੇ ਉਹਦੀ ਰਜ਼ਾ ਸਾੜਨਾ ਹੋਵੇ ਤੇ ਕੌਣ ਬਚਾ ਸਕਦਾ? ਜੇ ਉਹਦੀ ਰਜ਼ਾ ਰੱਖਣਾ ਹੋਵੇ ਤੇ ਕੌਣ ਸਾੜ ਸਕਦਾ? ਜਾਰੇ ਖਸਮ ਤਾਂ ਰਾਖੈ ਕਵਨ। ਕੌਣ ਰੱਖੇਗਾ? ਕੌਣ ਹੈ ਦੂਜਾ? ਸਾੜਨ ਤੇ ਬਚਾਉਣ ਵਾਲੇ ਦੋਵਾਂ ਹਸਤੀਆਂ ਦੇ ਵਿੱਚ, ਦੋਵਾਂ ਕਾਰਨਾਂ ਦੇ ਵਿੱਚ ਇੱਕੋ ਹੀ ਨਹੀਂ ਵਾਪਰ ਰਿਹਾ, ਕੋਈ ਦੂਜਾ ਹੈ ਨਹੀਂ। ਤੁਸੀਂ ਇਹ ਤਾਂ ਨਹੀਂ ਨਾ ਕਹਿ ਸਕਦੇ ਵੀ ਅੱਗ ਲਾਉਣ ਵਾਲਾ ਇੱਕ ਹੈ ਤੇ ਬੁਝਾਉਣ ਵਾਲਾ ਦੂਜਾ ਹੈ। ਹਵਾ ਪੈਦਾ ਕਰਨ ਵਾਲਾ ਇੱਕ ਹੈ, ਪਾਣੀ ਦਾ ਸੁਭਾਅ ਰਚਣ ਵਾਲਾ ਕੋਈ ਵੱਖਰਾ ਹੈ, ਤੇ ਅੱਗ ਦਾ ਸੁਭਾਅ ਜਾਨੀ ਕਿ ਬਿਖ ਅੰਮ੍ਰਿਤ ਕਰਤਾਰ ਉਪਾਏ ਸੰਸਾਰ ਬਿਰਖ ਕੋ ਦੋਏ ਫੜ। ਜ਼ਹਿਰ ਤੇ ਅੰਮ੍ਰਿਤ ਦੋਵੇਂ ਹੀ ਪਾਰਟ ਆਫ ਨੇਚਰ ਤੇ ਪਾਰਟ ਆਫ ਲਾਈਫ ਵੀ ਨੇ, ਦੋਵੇਂ ਸਾਡੇ ਸੁਭਾਅ ਦਾ ਹਿੱਸਾ। ਮੈਂ ਇੱਕ ਉਦਾਹਰਨ ਦਿੰਦਾ। ਇੱਕ ਮਾਂ ਬਾਪ ਨੇ ਬੱਚੇ ਨੂੰ ਕਿਸੇ ਐਸੀ ਗਲਤੀ ਦੇ ਉੱਤੇ ਝਿੜਕਿਆ ਤੇ ਬੱਚਾ ਸੁਧਰ ਗਿਆ। ਇੱਕ ਮਾਂ ਬਾਪ ਨੇ ਉਸੇ ਹੀ ਗਲਤੀ ਦੇ ਉੱਤੇ ਬੱਚੇ ਨੂੰ ਪਿਆਰ ਕੀਤਾ, ਇਹ ਕੋਈ ਗੱਲ ਨਹੀਂ, ਸਾਡਾ ਬੱਚਾ ਹੈ, ਕਰ ਲੈਣ ਦਿਓ, ਬੱਚਾ ਵਿਗੜ ਗਿਆ। ਹੁਣ ਤੁਸੀਂ ਜ਼ਹਿਰ ਕਿਹਨੂੰ ਕਹੋਗੇ ਤੇ ਅੰਮ੍ਰਿਤ ਕਿਹਨੂੰ ਕਹੋਗੇ? ਇੱਕ ਦਾ ਗੁੱਸਾ ਬੱਚੇ ਲਈ ਵਰਦਾਨ ਤੇ ਅੰਮ੍ਰਿਤ ਸਾਬਤ ਹੋ ਗਿਆ, ਤੇ ਦੂਜੇ ਦਾ ਪਿਆਰ ਉਹਦੇ ਲਈ ਜ਼ਹਿਰ ਸਾਬਤ ਹੋ ਗਿਆ। ਉਹਨੇ ਉਹ ਗਲਤੀ ਦੁਬਾਰਾ ਕੀਤੀ ਤੇ ਜ਼ਿੰਦਗੀ ਤਬਾਹ ਕਰ ਲਈ। ਗੁੱਸਾ ਕਰਨਾ ਮਾੜੀ ਚੀਜ਼ ਹੈ ਨਾ, ਪਰ ਉਸ ਵੇਲੇ ਉਸ ਸਿਚੁਏਸ਼ਨ 'ਚ ਉਹਨਾਂ ਨੇ ਜਿਹੜਾ ਗੁੱਸਾ ਕੀਤਾ ਉਹਦੇ ਉੱਤੇ, ਤੇ
तो बच्चा समझ गया भी गलत गल जिहड़ा इन्ना कल्प गए ने मेरे जन्मदाते मेरे माँ बाप मेरे पेरेंट्स जरूर भुल हुई। उन्होंने रियलाइज़ होया भी इन्ने दुखी होए ने, उन्हें सोच लिया भी ये गलती दोबारा नहीं करनी, क्योंकि माँ बाप के अंदर गुस्सा इस चीज़ में लैके उन्हों का ध्यान उस वेले तो अगे चला गया, जे इस तरह हो जाता तो असी की कर। ਉਹੋ ही गलती दूजे बच्चे ने की, माँ ने आखो कोई गल नहीं, फिर किहड़ी गल है, बाप ने आख्या कोई नहीं, फिर किहड़ी गल, साडा बच्चा है। उन्हां दे उस वेले दे प्यार ने बच्चे नूं ये रियलाइज़ नहीं होण दिता भी ये भुल है। उन्हें सोचा एडी किहड़ी गल है, जे गलत हुंदा ते कुछ कहिंदे ना, जे गलत हुंदा ते समझाउंदे ना, गलत हुंदा ते होर तरह रिएक्ट ना करदे, ना नॉर्मल रिएक्ट की। हुण जहर की है ते अमृत की है। हुण देख अमृत करतार उपाय, जहर विच अमृत है ते अमृत विच जहर। रिएक्शन तय करेगा, किसी चीज़ का रिजल्ट तय करेगा कि मिठा की सी ते कौड़ा की सी, जहर की सी ते अमृत की सी। इस वास्ते दुनिया कई बार ना तुसी वेखो मिठे बोल बोल के भी ठगी मार जाती। ठग बोलता ही मिठे बोल, सच्चाई तो है भी ठग दे कोल कड़त्तन नहीं हुंदी, जिन्नी वो कड़त्तन पालेगा बंदा उहदे, जदों अगला बिलीव ही नहीं करेगा, नेड़े ही नहीं जाएगा, गल ही नहीं सुनेगा, ठगी काहदे नाल मार लेगा। इस करके उन्होंने मिठा वेचना पैंदा, इस करके उन्होंने असी इहो ही चाहुंदे हुंदे, असी सानू हुंदा श्यामलंग मधुरमान उक्यंग हृदयं भूम वैरण निवंत होवंत मिथ्या चेतनंग संत स्वजना। गरीब नवाज इत्थे फरमा रहे हैं, का को जरै काहे होए हान, नट वट खेलै सारंग पान। कौन सड़दा है, किहदी हानि हुंदी है। कुदरत दियां दो चीज़ां आपस टकरा जांदियां, का को जरै की सड़दा है, कौन साड़दा है, किहदी हानि हुंदी है। भगत जी महाराज कहते नट वट खेलै सारंग पान। इस गल नूं तदों समझिया जा सकता है जदों इस गल दे उत्ते यकीन कर लईए कि नट का मतलब हुंदा है वक्रे तरह के अपने पिंडां विच आउंदे हुंदे सन, नगरां कस्बियां दे विच वो 8-10 दिन पिंड दे बाहर रहिंदे सन ते उन्होंने रोज़ ही नवां रूप बना के गली च फिरना, तो फिर अखीरले दिन उन्होंने 8-10 दिन वखरा वखरा रूप बना के आ जाना ते तमाशा करना। फिर उन्होंने जान लग्या लोगों को आखना भी सानू कुछ ना कुछ दिओ। नटूआ बाणी विच शब्द उहदे लई बने वरते नाट जां नटूआ, जिहड़ा वखरा वखरा रूप बना के लोगों का मनोरंजन कर। तुसीं कोई पिक्चर वेखदे हो, आम सधारण लाइफ विच बंदा तो उहो जिहा नहीं ना हुंदा, पर जदों कोई रोल कर रहा है, रोल के मुताबिक वो किसी ड्रामे विच, किसी फिल्म विच, किसी मूवी विच वो रोंदा भी है, हसदा भी है। किसी जिन्हों माँ कहिंदे वो माँ नहीं हुंदी, जिन्हों प्यो कहिंदे प्यो नहीं हुंदा, जिन्हों भरा कहिंदे भरा नहीं हुंदा। जदों रोंदा है तो उहदे च कोई रियलिटी नहीं, जो हसदा है तो उहदे च कोई रियलिटी नहीं, किसी नूं मारदा है जां किसी कोलों कुट खांदा है उहदे च कोई रियलिटी नहीं। वो तो स्क्रिप्टेड है ना, सारा कुछ तय है। वो नटूए की गिणती च ही आउंदा है, वखरे वखरे रूप बना लैंदा है। किसी फिल्म चो चोर बन जाता है, किसी चो हीरो बन जाता है, किसी चो विलन बन जाता है, किसी चो पुलिस वाला बन जाता है। जिहो जिहा नूं रोल दिता उन्हें कर लिया, बंदा एक ही है। सैकड़े फिल्मां कर जाता है जिंदगी च। ये कला साडे सारियां कोल ही हुंदी है, पर साडा प्रोफैशन नहीं हुंदा, साडा एक करैक्टर हुंदा है। चेते च रखियो, उहदा प्रोफैशन भी है तो उहदा करैक्टर भी है, उहदा रोजगार बन गया। हुंदे असीं भी इहो जिहे हां, अंदरों भावें हस रहे होइए पर अगला दुखी है तो उहदे कोल जाके असीं मूँह जिहा लटका ही लेना हुंदा भी असीं भी दुखी हैं। क्योंकि समाजक एक तहजीब जी हुंदी है, जे ना होवे तो दुनिया च खलर पै जाए, कलेश खाना खड़ा हो जाए। तो इस वास्ते गुरु साहब जदों बाणी विच कहंदे नट वट खेलै सारंग पा, वो परमेश्वर वाहिगुरू दा ही वखरा वखरा रूप इस संसार दे विच है।
ਇੱਕ ਚੀਜ਼ ਦੂਜੀ ਚੀਜ਼ ਤੇ ਹਾਵੀ ਵਰਤੋ ਦੋਨਾਂ ਪਾਸਿਆਂ ਵਿੱਚ ਆਪ ਰਿਹਾ। ਫਿਰ ਅਖੀਰ ਤੇ ਫਰਮਾਉਂਦੇ ਨੇ, ਕਹੋ ਕਬੀਰ ਅੱਖਰ ਦੋਏ ਭਾਗ। ਹੇ ਕਬੀਰ, ਹੁਣ ਦੋ ਗੱਲਾਂ ਕਹਿ, ਦੋ ਅੱਖਰ ਕਹਿ। ਭਾਵ ਇਸ ਗੱਲ ਨੂੰ ਅਸੈਪਟ ਕਰ। ਆਪਾਂ ਜੋ ਕਹਿੰਦੇ ਕਹੇ ਇਹ ਗੱਲ, ਇਹਦਾ ਮਤਲਬ ਹੁੰਦਾ ਅਸੈਪਟ ਕਰ। ਇਸ ਗੱਲ ਨੂੰ ਅਸੈਪਟ ਕਰ। ਕਿਹੜੀ ਗੱਲ ਨੂੰ? ਹੋਏਗਾ ਖਸਮ ਤਾਂ ਲੈ ਗੱਲ। ਉਹ ਹੋਏਗਾ, ਇਹਦਾ ਭਾਵ ਹੈ ਕਿ ਜੇ ਤੂੰ ਯਕੀਨ ਕਰੇਗਾ ਕਿ ਉਹ ਹੈ, ਜੇ ਤੂੰ ਇਹ ਯਕੀਨ ਕਰੇਗਾ ਕਿ ਉਹ ਆਪ ਹੀ ਰੱਖਣਹਾਰਾ ਹੈ, ਫਿਰ ਤੇਰੀ ਆਤਮਾ ਤੇ ਮਨ ਨੂੰ ਕੋਈ ਖਤਰਾ ਨਹੀਂ। ਸਾਹਿਬ ਕਿਰਪਾ ਕਰਨ, ਸ਼ਬਦ ਦਾ ਪਾਵਨ ਉਪਦੇਸ਼ ਸਾਡੇ ਸਭਨਾਂ ਦੇ ਮਨ ਹਿਰਦਿਆਂ 'ਚ ਵਸੇ। ਮਹਾਰਾਜ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣ। ਸਭਨਾਂ ਦਾ ਧੰਨਵਾਦ। ਅਦਬ ਸਹਿਤ ਗੁਰੂ ਫਤਿਹ ਨਾਲ ਸਾਂਝ ਬਣਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।